सतनाम श्री वाहिगुरु साहिब जी। डंडौत बंदन अनक बार, सर्व कला समरथ। डोलन ते राखो प्रभु, नानक दे कर हथ। डोलन ते राखो प्रभु, धन 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 जन आया। जिस प्रसाद सब जगत तराया। जन आवन काए है सो आओ, जन कै संग चित आवे नाओ। आप नारायण कला धार, जग में परवरियो। निरंकार आकार जोत, जग मंडल करियो। सतगुर नानक परगटया, सतगुर नानक परगटया। सतगुर नानक परगटया, सतगुर नानक परगटया। मिट्टी धुंध जग चानन होआ, धुंध जग चानन होआ। मिट्टी धुंध जग चानन होआ, धुंध जग चानन। मिट्टी धुंध जग चानन, धुंध जग चानन होआ। सतगुर नानक परगटया, सतगुर नानक परगटया। परम सन्मानयोग जुग जुग अटल श्री गुरु ग्रंथ साहिब पातशाह दी पावन और पवित्र हजूरी विच जिन्नी भी संगत बैठ करके हाजरी भर रहे हों, आओ सब तो पहला गुरु पातशाह दी बख्शी फतेह बुलाइए। प्यार सत्कार और शरधा दे नाल सब माई भाई आखो वाहिगुरु जी का खालसा, वाहिगुरु जी की फतेह। बठिंडा जिले का नगर बंगेहर, जिन्हों आम करके नत बंगेहर भी कहा जाता है, सो इस जगह ते गुरुद्वारा झोटा सर साहिब, जिथे 10वें पातशाह धन गुरु गोबिंद सिंह महाराज जी दे वर मिले, उन्हां दे बचनां नाल भेजे होए 5 सिंह 5 प्यारे इस जगह ते आके चरण पा गए। सो इस जगह नूं गुरु साहब दे बचनां नाल पूरे संसार विच पूजन योग बना दिता। गुरबाणी का फरमान है, जिथे जाए वह मेरा सतगुरु, सो थान सुहावा राम राजे। दुनिया दे सांझे रहबर
ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਨੇ ਸਾਡੇ ਵਿਚਕਾਰ। ਤੇ ਅੱਜ ਨਗਰ ਦੀ ਸੰਗਤ ਵੱਲੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਧਾਰਮਿਕ ਸਮਾਗਮ ਹੋ ਰਹੇ ਨੇ। ਪਰਸੋਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਸਨ। ਬੜੇ ਪਿਆਰ ਨਾਲ ਵਜਦ ਵਿੱਚ ਗੁਰੂ ਪਿਆਰੇ ਗੁਰਸਿੱਖ ਗ੍ਰੰਥੀ ਸਿੰਘ ਸਾਹਿਬਾਨ ਗੁਰਬਾਣੀ ਦਾ ਜਾਪ ਕਰ ਰਹੇ ਸੀ। ਹੁਣੇ ਭੋਗ ਪਏ, ਨਾਮ ਬਾਣੀ ਦਾ ਕੀਰਤਨ ਸ਼ੁਰੂ ਹੋਇਆ ਹੈ। ਆਪਾਂ ਰਲ ਮਿਲ ਕਰਕੇ ਗੁਰ ਇਤਿਹਾਸ ਦੀ ਵਿਚਾਰ ਕਰਾਂਗੇ, ਗੁਰਬਾਣੀ ਦੀ ਵਿਚਾਰ ਕਰਾਂਗੇ। ਸਤਿਗੁਰ ਕਿਰਪਾ ਕਰਨ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕੀਤਾ ਨਹੀਂ ਜਾ ਰਿਹਾ, ਮਾਲਕ ਦੀ ਕਿਰਪਾ ਨਾਲ ਸਭ ਕੁਝ ਹੋ ਰਿਹਾ ਹੈ। ਤੇ ਅੱਜ ਦਾ ਇਹ ਮਹਾਨ ਦਿਹਾੜਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸਿੱਖ ਕੌਮ ਵਾਸਤੇ ਬਹੁਤ ਵੱਡੀ ਅਹਿਮੀਅਤ ਰੱਖਦਾ ਹੈ। ਤੇ ਸਭ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਨੂੰ ਸਾਡੇ ਜਥੇ ਵੱਲੋਂ, ਗੁਰੂ ਗ੍ਰੰਥ ਸਾਹਿਬ ਵੱਲੋਂ, ਗੁਰੂ ਪਰਿਵਾਰ ਵੱਲੋਂ ਗੁਰੂ ਨਾਨਕ ਸਾਹਿਬ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ। ਸਤਿਗੁਰ ਕਿਰਪਾ ਕਰਨ, ਰਲ ਕੇ ਅਰਦਾਸ ਕਰਿਓ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕਿਹੇ ਪਾਤਸ਼ਾਹ ਰਹਿਮਤ ਕਰਨੀ, ਸੰਸਾਰ ਵਿੱਚ ਤੁਸੀਂ ਆਏ ਤੇ ਅੱਜ ਵਾਲੇ ਦਿਨ ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲੱਗੇ। ਗੁਰੂ ਨਾਨਕ ਸਾਹਿਬ ਦੇ ਪਿਤਾ ਕਲਿਆਣ ਦਾਸ ਮਹਿਤਾ ਜੀ, ਆਮ ਕਰਕੇ ਮਹਿਤਾ ਕਾਲੂ ਕਹਿੰਦੇ ਸੀ, ਪਰ ਪੂਰਾ ਨਾਮ ਹੈ ਕਲਿਆਣ ਦਾਸ ਮਹਿਤਾ। ਇਹ ਮਹਿਤਾ ਗੁਰਮੁਖੋ ਫਾਰਸੀ ਵਿੱਚ ਪਟਵਾਰੀ ਨੂੰ ਹੀ ਆਖਿਆ ਜਾਂਦਾ ਹੈ। ਉਹ ਪਟਵਾਰੀ ਸਨ ਤੇ ਰਾਏ ਭੋਏ ਦੀ ਤਲਵੰਡੀ, ਜਿਹਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ, ਉੱਥੇ ਕੱਤਕ ਦੀ ਪੂਰਨਮਾਸ਼ੀ ਨੂੰ 1469 ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਗਟ ਹੋਏ ਗੁਰਮੁਖ। ਭਾਈ ਗੁਰਦਾਸ ਜੀ ਦਾ ਬਚਨ ਹੈ, ਸਤਿਗੁਰ ਨਾਨਕ ਪ੍ਰਗਟਿਆ, ਮੀਟੀ ਧੁੰਦ ਜਗ ਚਾਨਣ ਹੋਆ। ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਜਦੋਂ ਗੁਰੂ ਨਾਨਕ ਦੇ ਮਹਾਰਾਜ ਪ੍ਰਗਟ ਹੋਏ, ਉਸ ਵੇਲੇ ਸੰਸਾਰ ਤੇ ਵਹਿਮਾਂ ਭਰਮਾਂ ਦੀ ਧੁੰਦ ਛਾਈ ਹੋਈ ਸੀ। ਜਿਹੜਾ ਸੱਚ ਦਾ ਸੂਰਜ ਸੀ ਕਿਤੇ ਦਿਖ ਨਹੀਂ ਸੀ ਰਿਹਾ ਗੁਰਮੁਖ। ਧਰਮ ਸਭ ਸਤਿਕਾਰਯੋਗ ਨੇ, ਪਰ ਜਿਹੜੇ ਧਾਰਮਿਕ ਆਗੂ ਸਨ ਉਹ ਗਲਤ ਰਾਹਾਂ ਤੇ ਤੁਰ ਪਏ ਸੀ। ਹਾਲਾਤ ਐਸੇ ਬਣੇ ਸੀ, ਛਾਇਆ ਸੀ ਹਨੇਰਾ ਸਾਰੇ ਮੱਸਿਆ ਦੀ ਰਾਤ ਵਾਂਗੂ। ਧਰਮ ਸੀਗਾ ਖੰਭ ਲਾ ਕੇ ਮਾਰ ਗਿਆ ਉਡਾਰੀਆਂ, ਮੁੱਲਾਂ ਤੇ ਮੁਲਾਣੇ ਕਾਜੀ ਲੈਂਦੇ ਸਨ ਵੱਡੀਆਂ। ਡੋਬ ਦਿੱਤੀ ਬੇੜੀ ਇਹਨਾਂ ਝੂਠਿਆਂ ਮੁਹਾਣਿਆਂ, ਭੈਣਾਂ ਦੀਆਂ ਇੱਜ਼ਤਾਂ ਨਾ ਭਾਈਆਂ ਤੋਂ ਬਚਾਈਆਂ ਗਈਆਂ। ਜਾਬਰਾਂ ਦੇ ਪੰਜੇ ਪਈਆਂ ਕੰਜਕਾਂ ਕੁਆਰੀਆਂ, ਉਸ ਵੇਲੇ ਧਰਤੀ ਤੋਂ ਜ਼ੁਲਮ ਨਾ ਸਹਾਰ ਹੋਇਆ। ਰੱਬ ਦੀ ਕਚਹਿਰੀ ਜਾ ਕੇ ਰੋ ਰੋ ਧਾਹਾਂ ਮਾਰੀਆਂ। ਦੁਖੀ ਜਨਤਾ ਪੁਕਾਰਾਂ ਕਰਦੀ ਸੀ। ਜਿਹੜੇ ਕਾਜੀ ਮੁਲਾਣੇ ਸੀ ਉਹ ਵੱਡੀਆਂ ਲੈ ਕੇ ਨਿਆਂ ਗਲਤ ਕਰਨ ਲੱਗ ਗਏ ਸੀ ਗੁਰਮੁਖ। ਜਿਹੜੇ ਮੁਗਲ ਬਾਦਸ਼ਾਹ ਹੁੰਦੇ ਸੀ ਨਾ, ਜਦੋਂ ਕਿਸੇ ਨੂੰ ਸਜ਼ਾ ਦੇਣੀ ਹੁੰਦੀ ਉਹ ਕਾਜੀ ਨੂੰ ਪੁੱਛਦੇ ਹੁੰਦੇ ਵੀ ਦੱਸੋ ਧਰਮ ਕੀ ਕਹਿੰਦਾ ਉਹਨਾਂ ਦਾ। ਤੇ ਕਈ ਵਾਰੀ ਆਪਾਂ ਸਾਹਿਬਜ਼ਾਦਿਆਂ ਦਾ ਇਤਿਹਾਸ ਹੁਣ ਪੜ੍ਹਦੇ ਸੁਣਦੇ ਹੀ ਆ ਗੁਰਮੁਖ। ਉਹ ਕਾਜੀ ਨੇ ਕਿਹਾ ਸੀ ਵੀ ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ 'ਚ ਚਿਣ ਦਿਓ, ਹਾਲਾਂਕਿ ਸ਼ਰ੍ਹਾ 'ਚ ਕਿਤੇ ਕੁਛ ਇੱਦਾਂ ਦਾ ਨਹੀਂ ਸੀ। ਭਾਵ ਵੱਡੀਆਂ ਲੈ ਲੈ ਕੇ ਉਹ ਨਿਆਂ ਗਲਤ ਕਰਨ ਲੱਗ ਗਏ ਸੀ।
ਧੀਆਂ ਭੈਣਾਂ ਨੂੰ ਜ਼ਾਲਮ ਚੁੱਕ ਕੇ ਲੈ ਜਾਂਦੇ। ਇਹ ਤਾਂ ਸਭ ਤੋਂ ਪਹਿਲਾਂ ਜੇ ਆਵਾਜ਼ ਉਠਾਈ ਉਸ ਜ਼ੁਲਮ ਦੇ ਵਿਰੁੱਧ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਕਿਹਾ ਸੀ, ਤੂੰ ਬਾਬਰ ਨਹੀਂ ਜਾਵਰ ਹੈ। ਆਖੋ ਸਤਿਨਾਮ। ਪਰਮਾਤਮਾ ਨੂੰ ਵੀ ਸੰਬੋਧਨ ਕਰਕੇ ਆਖਿਆ ਹੀ ਹੈ ਨਾ, ਗੁਰਬਾਣੀ ਚ ਆਪਾਂ ਪੜ੍ਹਦੇ ਹਾਂ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਬਹੁਤ ਭੈੜੇ ਹਾਲਾਤ ਸੀ ਦੁਨੀਆ ਦੇ, ਕੋਈ ਸਾਡੀ ਬਾਹ ਨਹੀਂ ਸੀ ਫੜਦਾ। ਮਾਪੇ ਮਿੰਨਤਾਂ ਤਰਲੇ ਕਰਦੇ ਰਹਿੰਦੇ, ਜ਼ਾਲਮ ਸੁਣਦੇ ਨਹੀਂ ਸੀ ਗੁਰਮੁਖ। ਬੱਚੀਆਂ ਨੂੰ ਚੁੱਕ ਚੁੱਕ ਲੈ ਜਾਂਦੇ। ਗਜਨੀ ਦੇ ਬਾਜ਼ਾਰ ਵਿੱਚ ਨਾ ਮੰਡੀ ਲੱਗਦੀ ਹੁੰਦੀ। ਬੀਬੀਓ ਤੁਸੀਂ ਖਾਸ ਧਿਆਨ ਰੱਖਣਾ ਹੈ, ਕੋਈ ਇੱਥੇ ਅਣਖਿੱਜਤ ਦੀ ਰਾਖੀ ਨਹੀਂ ਸੀ ਕਰਦਾ। ਧੀਆਂ ਭੈਣਾਂ ਨੂੰ ਲੈ ਜਾਂਦੇ, ਸਾਰੇ ਵਸਤਰ ਉਤਾਰ ਕੇ ਇੱਕ ਆਮ ਚਾਦਰ ਦੇ ਕੇ ਨਾ ਉੱਪਰ, ਉੱਥੇ ਗਜਨੀ 'ਚ ਰਾਜੇ ਆਉਂਦੇ ਹੁੰਦੇ, ਉਹਨਾਂ ਸਾਹਮਣੇ ਨਗਨ ਕਰ ਕਰ ਖੜਾ ਦਿੰਦੇ। ਜਿਹੜੀ ਜਿਹਨੂੰ ਪਸੰਦ ਆ ਜਾਂਦੀ ਉਹਦਾ ਮੁੱਲ ਦੇ ਕੇ ਫਿਰ ਬਹੁਤ ਜ਼ਿਆਦਾ ਅਤਿਆਚਾਰ ਕਰਦੇ ਸੀ। ਆਖੋ ਸਤਿਨਾਮ। ਆਹ ਹਾਲਾਤ ਸੀ ਸਾਡੇ। ਅੱਜ ਜਿਹੜਾ ਅਸੀਂ ਆਪਣੇ ਹੱਕਾਂ ਦੀ ਖਾਤਰ ਬੋਲਣ ਜੋਗੇ ਹੋ ਗਏ, ਧਰਨੇ ਲਾਉਂਦੇ ਹੋ, ਮੁਜ਼ਾਹਰੇ ਕਰਦੇ ਹੋ। ਹੁਣ ਵੀ ਕਿਸਾਨ ਭਰਾਵਾਂ ਨਾਲ ਧੱਕਾ ਹੋ ਰਿਹਾ। ਦੇਖੋ ਦਿੱਲੀ ਵਿੱਚ ਕਿਵੇਂ ਪਹੁੰਚੀ ਹੈ ਦੁਨੀਆ। ਇਹ ਪਹਿਲਾਂ ਨਹੀਂ ਸੀ ਕੋਈ ਬੋਲ ਸਕਦਾ ਗੁਰਮੁਖ। ਇਹ ਜੇ ਸਾਨੂੰ ਬੋਲਣ ਜੋਗੇ ਕੀਤਾ ਹੈ, ਇਹ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਆ। ਆਖੋ ਸਤਿਨਾਮ। ਸਭ ਤੋਂ ਪਹਿਲੀ ਆਵਾਜ਼ ਗੁਰੂ ਨਾਨਕ ਸਾਹਿਬ ਨੇ ਉਠਾਈ ਸੀ। ਤੇ ਤਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ ਮੀਟੀ ਧੁੰਦ ਜਗ ਚਾਨਣ ਹੋਆ। ਉਹ ਜਿਹੜੀ ਜ਼ੁਲਮ ਦੀ ਹਨੇਰੀ ਚੱਲਦੀ ਸੀ, ਵਹਿਮਾਂ ਭਰਮਾਂ ਦੀ ਪਾਪਾਂ ਦੀ ਧੁੰਦ ਛਾਈ ਹੋਈ ਸੀ, ਉਹ ਗੁਰੂ ਨਾਨਕ ਸਾਹਿਬ ਦੇ ਆਉਣ ਨਾਲ ਦੂਰ ਹੋਈ। ਸੰਸਾਰ ਵਿੱਚ ਚਾਨਣ ਹੋਇਆ। ਗ੍ਰੰਥੀ ਸਿੰਘ ਬੈਠੇ ਹੋ, ਤੁਹਾਨੂੰ ਪਤਾ ਜਿਹੜੇ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਨੇ, ਸਭ ਤੋਂ ਪਹਿਲਾ ਰਾਗ ਲਿਖਿਆ ਸ੍ਰੀ ਰਾਗ। ਕੋਈ ਰਾਗੀ ਸਿੰਘ ਰਾਗਾਂ ਦਾ ਜਾਣੂ ਸੁਣਦਾ ਹੋਵੇ, ਸ੍ਰੀ ਰਾਗ ਹਨੇਰੇ ਦਾ ਰਾਗ ਹੈ ਗੁਰਮੁਖ। ਇਹ ਪਹਿਲਾਂ ਕਿਉਂ ਲਿਖਿਆ ਭਲਾ? ਕਿਉਂਕਿ ਜਦੋਂ ਮਹਾਰਾਜ ਸੰਸਾਰ 'ਚ ਆਏ, ਚਾਰੇ ਪਾਸੇ ਹਨੇਰਾ ਹੀ ਸੀ ਗੁਰਮੁਖ। ਤੇ ਲਾਸਟ ਵਿੱਚ ਰਾਗ ਹੈ ਪ੍ਰਭਾਤੀ। ਇਹ ਚਾਨਣ ਦਾ, ਜਦੋਂ ਚਾਨਣ ਹੋ ਜੇ ਸਾਰੇ ਪਾਸੇ, ਇਹ ਲਾਸਟ ਵਿੱਚ ਲਿਖਿਆ। ਕਿਉਂ? ਕਿਉਂਕਿ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋਏ, ਗੁਰਤਾ ਗੱਦੀ ਦਿੱਤੀ, ਉਦੋਂ ਤੱਕ ਸੰਸਾਰ ਵਿੱਚ ਚਾਨਣ ਹੋ ਚੁੱਕਾ ਸੀ। ਆਖੋ ਸਤਿਨਾਮ। ਪਰ ਗੁਰੂ ਨਾਨਕ ਸਾਹਿਬ ਵੇਲੇ ਧਾਰਮਿਕ ਆਗੂ ਵੀ ਗੁਰਮੁਖ ਪਿਆਰਿਓ ਗਲਤ ਰਾਹਾਂ ਤੇ ਤੁਰ ਚੁੱਕੇ ਸੀ। ਤਾਂ ਹੀ ਤਾਂ ਸਤਿਗੁਰ ਨੇ ਦੇਖੋ 4 ਉਦਾਸੀਆਂ ਕੀਤੀਆਂ। ਜ਼ਿਆਦਾਤਰ ਆਗੂਆਂ ਨੂੰ ਮਿਲੇ ਗੁਰਮੁਖ, ਸਿੱਧਾਂ ਨੂੰ, ਨਾਥਾਂ ਨੂੰ, ਪੀਰਾਂ ਨੂੰ, ਮੁਲਤਾਨ ਜਾ ਕੇ, ਬਗਦਾਦ ਜਾ ਕੇ, ਉਹ ਮੱਕੇ ਵੀ ਗਏ। ਕਿਉਂਕਿ ਜਿਹਦੇ ਆਗੂ ਸਹੀ ਹੋਣਗੇ ਤਾਂ ਹੀ ਪਿਛਲੇ ਸਹੀ ਰਾਹਾਂ ਤੇ ਤੁਰਨਗੇ। ਆਖੋ ਸਤਿਨਾਮ। ਰਾਜਿਆਂ ਮਹਾਰਾਜਿਆਂ ਨੂੰ ਮਿਲੇ ਜਾ ਕੇ, ਸੱਚ ਦਾ ਪਸਾਰਾ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਚਾਨਣ ਵੀ ਪਤਾ ਕਿਵੇਂ ਹੋਇਆ? ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਕਹਿੰਦੇ ਜਿਵੇਂ ਸੂਰਜ ਨਿਕਲਦਾ ਹੈ, ਸੂਰਜ ਨਿਕਲਣ ਦੇ ਨਾਲ ਤਾਰੇ ਅਲੋਪ ਹੋ ਜਾਂਦੇ ਹੈ, ਸਾਰੇ ਪਾਸੇ ਚਾਨਣ ਹੀ ਚਾਨਣ ਹੁੰਦਾ ਹੈ। ਤੇ ਤੀਜੀ ਗੱਲ ਇਹ ਵੀ ਕਰਤੀ, ਕਹਿੰਦੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਹਿਰਨ ਜਾਂ ਮਿਰਗ ਬੈਠੇ ਹੋਣ, ਡਾਰ ਬਣਾ ਕੇ, ਝੁੰਡ ਬਣਾ ਕੇ ਬੈਠੇ ਹੋਣ ਉਹ, ਤੇ ਕੁਦਰਤੋਂ ਹੀ ਕਿਤੇ ਸ਼ੇਰ ਗਰਜ ਪਵੇ, ਫਿਰ ਉਹਨਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਦਾ। ਜਿੱਧਰ ਨੂੰ ਮੂੰਹ ਹੋਇਆ ਭੱਜ ਤੁਰਦੇ ਆ ਗੁਰਮੁਖੋ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਜਦੋਂ ਸੱਚ ਦੀ ਆਵਾਜ਼ ਉਠਾਈ, ਫਿਰ ਜਿਹੜੇ ਗਲਤ ਕਰਮ ਕਰਨ ਵਾਲੇ ਸੀ ਉਹਨਾਂ ਨੂੰ ਭੱਜਣਾ ਪਿਆ। ਆਖੋ ਸਤਿਨਾਮ। ਸੋ ਗੁਰੂ ਨਾਨਕ ਦੇ ਮਹਾਰਾਜ ਕੱਤਕ ਦੀ ਪੂਰਨਮਾਸ਼ੀ ਰਾਏ ਭੋਏ ਦੀ ਤਲਵੰਡੀ ਵਿਖੇ ਪ੍ਰਗਟ ਹੋਏ। ਆਪਾਂ ਉਹ ਦਿਨ ਮਨਾ ਰਹੇ ਹਾਂ। ਪਹਿਲਾਂ ਉਹਦਾ ਨਾਮ ਸੀ ਰਾਏ ਭੋਏ ਦੀ ਤਲਵੰਡੀ। ਰਾਏ ਬੁਲਾਰ ਦੇ ਬਜ਼ੁਰਗਾਂ ਨੇ ਇਲਾਕਾ ਵਸਾਇਆ ਸੀ। ਤਲਵੰਡੀ ਜਿੱਥੇ ਵੀ ਕਿਤੇ ਸ਼ਬਦ ਆਵੇ ਨਾ, ਇਹਦਾ ਭਾਵ ਹੁੰਦਾ ਜਗ੍ਹਾ ਦੀ ਵੰਡੀ। ਜਿਵੇਂ ਆਪਣੇ ਨੇੜੇ ਸਾਬੋ ਕੀ ਤਲਵੰਡੀ ਹੈ,
इस तरह तलवंडी कई थावां ते वसी, ਜਿਹਦੇ ਹਿੱਸੇ 'ਚ जगह आ जाती ਉਹਨੂੰ ਕਹਿੰਦੇ ਸੀ ਫਲਾਣੇ ਦੀ ਤਲਵੰਡੀ, ਇਲਾਕੇ ਦੀ ਵੰਡ। ਰਾਏ ਭੋਏ ਨੇ ਉਹ ਏਰੀਆ ਵਸਾਇਆ ਸੀ, ਪਰ ਗੁਰਮੁਖ ਪਿਆਰਿਓ ਰਾਏ ਬੁਲਾਰ ਗੁਰੂ ਨਾਨਕ ਪਾਤਸ਼ਾਹ ਤੇ ਇੰਨੀ ਸ਼ਰਧਾ ਰੱਖਦਾ ਸੀ, ਕਹਿੰਦਾ ਇਹ ਤਾਂ ਅੱਲਾ ਹੀ ਆ ਕੇ ਪ੍ਰਗਟ ਹੋ ਗਏ। ਪਹਿਲਾ ਨਾਂ ਸੀ ਰਾਏ ਭੋਏ ਦੀ ਤਲਵੰਡੀ। ਰਾਏ ਬੁਲਾਰ ਨੂੰ ਫਿਰ ਇੰਨੀ ਸ਼ਰਧਾ ਬਣੀ, ਉਹਨੇ ਹੁਕਮ ਕਰਤਾ ਸੀ, ਕਹਿੰਦਾ ਅੱਜ ਤੋਂ ਇਹਨੂੰ ਰਾਏ ਭੋਏ ਦੀ ਤਲਵੰਡੀ ਨਹੀਂ ਕਹਿਣਾ। ਇੱਥੇ ਗੁਰੂ ਨਾਨਕ ਪਾਤਸ਼ਾਹ ਆ ਗਏ, ਇਹਦਾ ਨਾਮ ਬਦਲ ਕੇ ਨਨਕਾਣਾ ਸਾਹਿਬ ਰੱਖੋ, ਆਖੋ ਸਤਨਾਮ। ਤਾਂ ਹੁਣ ਉਸ ਨੂੰ ਸ੍ਰੀ ਨਨਕਾਣਾ ਸਾਹਿਬ ਆਖਿਆ ਜਾਂਦਾ। ਗੁਰੂ ਅੱਜ ਕੱਲ੍ਹ ਆ ਜਦੋਂ ਦੇਸ਼ ਦੀ ਵੰਡ ਹੋਈ ਸੀ, ਉਹ ਪਾਕਿਸਤਾਨ ਵਿੱਚ ਰਹਿ ਗਏ ਗੁਰਮੁਖ। ਚਲੋ ਗੁਰੂ ਸਾਹਿਬ ਕਿਰਪਾ ਕਰਨ। ਆਪਣੀ ਤਾਂ ਅਰਦਾਸ ਹੈ ਜਿਨ੍ਹਾਂ ਗੁਰਧਾਮਾਂ ਨੂੰ, ਧਰਮ ਅਸਥਾਨਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਸਿੱਖ ਦੀ ਰੋਜ਼ ਦੀ ਅਰਦਾਸ ਹੈ। ਤੇ ਇਹ ਵੀ ਯਾਦ ਰੱਖਿਓ, ਗੁਰੂ ਸਾਹਿਬ ਸੇਵਕਾਂ ਦੀ ਕੀਤੀ ਅਰਦਾਸ ਜ਼ਰੂਰ ਪ੍ਰਵਾਨ ਕਰਦੇ ਆ। ਤਾਂ ਹੀ ਕਹਿੰਦੇ ਆ ਨਾ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਪਰ ਜਨ ਕੋਈ ਕੋਈ ਹੁੰਦਾ ਹੈ, ਆਖੋ ਸਤਨਾਮ। ਬਿਰਥੀ ਨਾ ਜਾਵੇ ਜੀ ਕੀਤੀ ਅਰਦਾਸ ਜਨਾਂ ਦੀ, ਬਿਰਥੀ ਨਾ ਜਾਵੇ ਜੀ ਕੀਤੀ ਅਰਦਾਸ ਜਨਾਂ ਦੀ। ਬਿਰਥੀ ਨਾ ਜਾਵੇ ਕੀਤੀ ਅਰਦਾਸ ਜਨਾਂ ਦੀ, ਬਿਰਥੀ ਨਾ ਬਿਰਥੀ ਨਾ ਜਾਵੇ ਜੀ ਕੀਤੀ ਅਰਦਾਸ ਜਨਾਂ ਦੀ, ਬਿਰਥੀ ਨਾ ਜਾਵੇ ਜੀ ਕੀਤੀ ਅਰਦਾਸ ਜਨਾਂ ਦੀ। ਅਰਦਾਸ ਜਨਾਂ ਦੀ। ਜਿਹੜਾ ਵੀ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕਰਦਾ, ਉਹਨੂੰ ਮਾਲਕ ਸੁਣਦਾ ਹੈ। ਗੁਰੂ ਨਾਨਕ ਸਾਹਿਬ ਸੰਸਾਰ ਵਿੱਚ ਆਏ, ਇਹ ਵੀ ਆ ਸੜਦੀ ਬਲਦੀ ਦੁਖੀ ਜਨਤਾ ਦੀ ਪੁਕਾਰ ਸੁਣੀ ਸੀ ਪਰਮੇਸ਼ਰ ਨੇ। ਇਹੋ ਜਿਹੇ ਹਾਲਾਤ ਸੀ, ਧੀਆਂ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ। ਬੀਬੀਓ ਆ ਬੇਨਤੀ ਤੁਸੀਂ ਥੋੜ੍ਹੀ ਜਿਹੀ ਸਮਝਿਓ। ਗੁਰੂ ਨਾਨਕ ਸਾਹਿਬ ਤੋਂ ਵੱਡੀ ਸੀ ਗੁਰੂ ਨਾਨਕ ਜੀ ਦੀ ਭੈਣ ਗੁਰਮੁਖ। ਉਹਦਾ ਜਨਮ ਚਾਹਲ ਪਿੰਡ ਹੋਇਆ ਸੀ। ਉਹ ਗੁਰੂ ਨਾਨਕ ਸਾਹਿਬ ਦੇ ਨਾਨਕੇ ਸੀ, ਕਿਉਂਕਿ ਮਾਤਾ ਤ੍ਰਿਪਤਾ ਜੀ ਹੋਣੀ ਦੋ ਭੈਣਾਂ ਸੀ, ਇੱਕ ਤ੍ਰਿਪਤਾ ਜੀ, ਇੱਕ ਸਚਦੇਵਾ। ਇਹ ਚਾਹਲ ਪਿੰਡ ਪੈਦਾ ਹੋਈਆਂ ਸੀ। ਹੁਣ ਪਹਿਲਾ ਬੱਚਾ ਜ਼ਿਆਦਾਤਰ ਨਾਨਕੇ ਘਰ ਜਨਮ ਲੈਂਦਾ ਸੀ। ਹੁਣ ਨਾਨਕੀ ਜਦੋਂ ਪੈਦਾ ਹੋਈ, ਉਹਦਾ ਨਾਮ ਨਾਨਕੀ ਤਾਂ ਹੀ ਰੱਖਿਆ ਸੀ ਵੀ ਇਹ ਨਾਨਕਿਆਂ ਦੀ ਨਾਨਕੀ ਹੈ। 5 ਸਾਲ ਕੋਈ ਬਾਲ ਬੱਚਾ ਨਾ ਹੋਇਆ ਤੇ ਨਾਨਕੀ ਤੋਂ ਲੋਕ ਨਫ਼ਰਤ ਕਰਨ ਲੱਗ ਗਏ। ਇੱਕ ਦਿਨ ਭੈਣ ਨਾਨਕੀ ਆਪਣੀਆਂ ਸਹੇਲੀਆਂ ਦੇ ਨਾਲ ਖੇਡਦੀ ਸਹੇਲੀ ਦੇ ਘਰੇ ਚਲੀ ਗਈ ਤੇ ਸਹੇਲੀ ਦਾ ਨਿੱਕਾ ਜਿਹਾ ਵੀਰ ਮੰਜੇ ਤੇ ਬੈਠਾ ਹੈ, ਬੜੇ ਸੋਹਣੇ ਕੱਪੜੇ ਪਾਏ ਹੋਏ। ਨਾਨਕੀ ਦਾ ਜੀ ਕੀਤਾ ਵੀ ਮੇਰੇ ਵੀਰ ਹੈ ਨਹੀਂ, ਮੇਰਾ ਵੀ ਜੀ ਕਰਦਾ ਮੈਂ ਵੀਰ ਖਿਡਾਵਾਂ। ਬੱਚੇ ਨੂੰ ਜਦੋਂ ਚੁੱਕਣ ਲੱਗੀ ਨਾ, ਤੇ ਸਹੇਲੀ ਨੇ ਦੂਰੋਂ ਹੀ ਥੱਪੜ ਚੱਕਿਆ। ਕਹਿੰਦੀ ਨਹੀਂ ਨਾਨਕੀ ਪਿੱਛੇ ਹਟ ਜਾ, ਮੇਰੇ ਵੀਰ ਨੂੰ ਹੱਥ ਨਾ ਲਾਈ। ਉਹ ਬੱਚੀ ਡਰ ਗਈ, ਕਹਿੰਦੀ ਭੈਣੇ ਮੇਰੇ ਵੀਰ ਹੈ ਨਹੀਂ, ਮੇਰਾ ਵੀ ਜੀ ਕਰਦਾ ਮੈਂ ਵੀਰ ਖਿਡਾਵਾਂ, ਤੂੰ ਤਾਂ ਮੇਰੀ ਸਹੇਲੀ ਹੈ ਤੇ ਮੈਨੂੰ ਰੋਕਦੀ ਕਾਹਤੋਂ ਹੈ।
ਉਹ ਸਹੇਲੀ ਫਿਰ ਕਹਿੰਦੀ ਹੈ, ਕਹਿੰਦੀ ਨਾਨਕੀ ਮੇਰੀ ਮਾਂ ਕਹਿੰਦੀ ਹੈ ਨਾਨਕੀ ਨਿਕੰਮੀ ਏ, ਮੁੜ ਕੇ ਪਟਵਾਰੀਆਂ ਦੇ ਔਲਾਦ ਨਹੀਂ ਹੋਈ ਜਿੱਦਾਂ ਦੀ ਇਹ ਜੰਮੀ ਏ। ਆਖੋ ਸਤਨਾਮ। ਹੁਣ ਇੱਥੇ ਦੇਖੋ ਨਾਨਕੀ ਦਾ ਕੀ ਕਸੂਰ ਸੀ ਗੁਰਮੁਖੀ, ਪਰ ਕਰਦੇ ਸੀ ਲੋਕ ਨਫ਼ਰਤ। ਕਹਿੰਦੇ ਜਿੱਦਾਂ ਦੀ ਜੰਮੀ ਹੈ ਮੁੜ ਕੇ ਪਟਵਾਰੀਆਂ ਦੇ ਤਾਂ ਔਲਾਦ ਹੀ ਨਹੀਂ ਹੋਈ। ਰੋ ਪੀ ਗੁਰਮੁਖ, ਉੱਚੀ ਉੱਚੀ ਰੋਂਦੀ ਰੋਂਦੀ ਮਾਤਾ ਤ੍ਰਿਪਤਾ ਜੀ ਨੂੰ ਆ ਕੇ ਚਿੰਬੜ ਗਈ। ਕਹਿੰਦੀ ਮਾਂ ਲੋਕ ਤਾਨੇ ਮਿਹਣੇ ਦਿੰਦੇ ਨੇ, ਹੁਣ ਇੰਤਜ਼ਾਰਾਂ ਨਹੀਂ ਹੁੰਦੀਆਂ, ਮੈਨੂੰ ਵੀ ਇੱਕ ਵੀਰ ਚਾਹੀਦਾ, ਮੇਰਾ ਵੀ ਜੀ ਕਰਦਾ ਮੈਂ ਵੀਰ ਖਿਡਾਵਾਂ। ਜਦੋਂ ਆਹ ਗੱਲ ਸੁਣੀ ਮਾਤਾ ਤ੍ਰਿਪਤਾ ਜੀ ਵੀ ਧਾਰ ਨਿਕਲ ਗਈ। ਕਹਿੰਦੀ ਨਾਨਕੀ ਜਿਹੜੀ ਔਰਤ ਦੇ ਕੁੱਖੋਂ ਪੁੱਤ ਪੈਦਾ ਨਹੀਂ ਹੁੰਦਾ ਉਹਨੂੰ ਕੋਈ ਚੰਗਾ ਨਹੀਂ ਸਮਝਦਾ, ਇੱਥੇ ਪੁੱਤਾਂ ਦੀ ਕਦਰ ਹੈ। ਕਹਿੰਦੀ ਹੁਣ ਤਾਂ ਦੇਖੋ ਜ਼ਮਾਨਾ ਪੜ੍ਹ ਲਿਖ ਗਿਆ, ਗੱਲਾਂ ਹੋਰ ਹੋ ਗਈਆਂ, ਪਰ ਉਦੋਂ ਤਾਂ ਬਹੁਤੀ ਨਫ਼ਰਤ ਕੀਤੀ ਜਾਂਦੀ, ਲੜਕੀਆਂ ਨੂੰ ਮਾਰ ਦਿੰਦੇ ਜੰਮਦੀਆਂ ਨੂੰ। ਕਹਿੰਦੀ ਮੈਨੂੰ ਵੀ ਬੜੇ ਤਾਨੇ ਮਿਹਣੇ ਸਹਿਣੇ ਪੈਂਦੇ ਐ, ਇੱਥੋਂ ਤੱਕ ਕਹਾਵਤਾਂ ਬਣ ਗਈਆਂ, ਪੁੱਤਾਂ ਬਾਝ ਨਾ ਸੋਹੰਦੀਆਂ ਜੱਗ ਅੰਦਰ ਮਾਵਾਂ, ਮਾਵਾਂ ਪੁੱਤਰਾਂ ਨਾਲ ਹੀ ਹਨ ਠੰਡੀਆਂ ਛਾਵਾਂ, ਪੁੱਤਰ ਹੋਣ ਤਾਂ ਜੁੜਦੀਆਂ ਵਾਹਵਾਂ ਨਾਲ ਵਾਹਵਾਂ, ਮੈਨੂੰ ਪੁੱਤਰਾਂ ਵਾਝੋਂ ਦਿਸਦੀਆਂ ਸਭ ਸੁੰਨੀਆਂ ਥਾਵਾਂ। ਮੈਂ ਕਿਹੜਾ ਸੁਖੀ ਹਾਂ? ਹਾਂ ਜੇ ਤੈਨੂੰ ਵੀਰ ਚਾਹੀਦਾ ਮੈਨੂੰ ਕਹਿ ਰਹੀ ਹੈ ਨਾ, ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰ, ਉਹ ਆਪਣੀ ਮੁਰਾਦ ਪੂਰੀ ਕਰ ਦੇ। ਫਿਰ ਭੈਣ ਨਾਨਕੀ ਨੇ ਦੁਖੀ ਹਿਰਦਾ ਸੀ ਉਸ ਵੇਲੇ, ਪਤਾ ਨਹੀਂ ਕਹੇ ਜੀ ਅਰਦਾਸ ਕੀਤੀ, ਰੱਬ ਨੂੰ ਖੁਦ ਹੀ ਨਾਨਕੀ ਦਾ ਵੀਰ ਬਣ ਕੇ ਆਉਣਾ ਪਿਆ। ਆਖੋ ਸਤਨਾਮ। ਦੁਖੀ ਜਨਤਾ ਦੀ ਪੁਕਾਰ ਸੁਣੀਗੀ। ਫਿਰ ਆ ਭਾਗਾਂ ਭਰਿਆ ਦਿਹਾੜਾ ਸੀ ਪਿਆਰਿਓ, ਵਿੱਚ ਤਲਵੰਡੀ ਜਨਮ ਲਿਆ ਜਗ ਵਾਲੀ ਨੇ, ਵਿੱਚ ਤਲਵੰਡੀ ਜਨਮ ਲਿਆ ਜਗ ਵਾਲੀ ਨੇ, ਵਿੱਚ ਤਲਵੰਡੀ ਜਨਮ ਲਿਆ ਜਗ ਵਾਲੀ ਨੇ, ਭਾਗਾਂ ਵਾਲੀ ਕਤਕ ਪੁੰਨਿਆ ਆਈ ਸੀ, ਮਾਤਾ ਤ੍ਰਿਪਤਾ ਨੂੰ ਜਦ ਮਿਲੀ ਵਧਾਈ ਸੀ, ਘਰ ਘਰ ਖੁਸ਼ੀ ਮਨਾਈ ਹਾਲੀ ਪਾਲੀ ਨੇ, ਵਿੱਚ ਤਲਵੰਡੀ ਜਨਮ ਲਿਆ ਜਗ ਵਾਲੀ ਨੇ, ਵਿੱਚ ਤਲਵੰਡੀ ਵਿੱਚ ਤਲਵੰਡੀ ਜਨਮ ਲਿਆ ਜਗ। ਧੰਨ ਗੁਰੂ ਨਾਨਕ ਦੇ ਮਹਾਰਾਜ ਸੰਸਾਰ ਵਿੱਚ ਆਏ, ਸਾਰੀ ਦੁਨੀਆ ਨੂੰ ਨਾਮ ਦਾ ਸਿੱਟਾ ਦੇ ਕੇ ਸੱਚੇ ਪਾਤਸ਼ਾਹ ਨੇ ਤਾਰਿਆ। ਆਖੋ ਸਤਨਾਮ। ਸੋ ਬਹੁਤ ਵੱਡਾ ਇਤਿਹਾਸ ਹੈ ਸਤਿਗੁਰੂ ਜੀ ਦਾ, ਪਰ ਪ੍ਰਬੰਧਕਾਂ ਵੱਲੋਂ ਮੈਨੂੰ ਹੁਕਮ ਹੋਇਆ ਸੀ ਵੀ ਆਪਣਾ ਵੀ ਇਤਿਹਾਸ ਆ ਜਿਹੜਾ ਇਹ ਸਾਂਝਾ ਕੀਤਾ ਜਾਵੇ, ਕਿਉਂਕਿ ਆਪਾਂ ਨੂੰ ਹੀ ਗੁਰਮੁਖ ਪਿਆਰਿਓ ਜਾਗਰੂਕ ਹੋਣਾ ਪੈਣਾ ਹੈ। ਅੱਜ ਗੁਰੂ ਘਰ ਦਾ ਪੱਲਾ ਛੱਡ ਕੇ ਜਿਹੜੇ ਕੁਰਾਹੇ ਪੈ ਰਹੇ ਹੋ, ਕੁਛ ਸਮਝੋ ਭਾਈ ਬੇਨਤੀਆਂ। ਆਪਣਾ ਜਿਹੜਾ ਇਲਾਕਾ ਹੈ ਨਾ, ਹੁਣ ਤਾਂ ਦੇਖੋ ਸਕੂਲ ਕਾਲਜ ਬਣ ਗਏ, ਹਸਪਤਾਲ ਬਣ ਗਏ, ਕਾਰਖਾਨੇ ਲੱਗ ਗਏ, ਨੌਕਰੀਆਂ ਮਿਲਦੀਆਂ, ਇੱਥੋਂ ਤੱਕ ਜ਼ਮੀਨ ਜਾਇਦਾਦਾਂ ਦੇ ਤੁਸੀਂ ਮਾਲਕ ਬਣ ਗਏ। ਸਭ ਤੋਂ ਵੱਡਾ ਅਹੁਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਜ਼ੀਰ ਦਾ। ਗੁਰਮੁਖੋ ਗੁਰੂ ਕੇ ਵਜ਼ੀਰ ਬਣ ਗਏ, ਕੋਈ ਜੱਜ, ਕੋਈ ਵਕੀਲ, ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਪਾਇਲਟ ਬਣਿਆ, ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਵੱਡੇ ਵੱਡੀਆਂ ਫੈਕਟਰੀਆਂ ਦੇ ਮਾਲਕ ਬਣੇ ਹੋਏ ਹੋ। ਇਹ ਕਿਰਪਾ ਗੁਰੂ ਘਰ ਤੋਂ ਹੋਈ ਹੈ। ਆਖੋ ਸਤਨਾਮ। ਉਹ ਵੀ ਸਮਾਂ ਯਾਦ ਕਰੋ ਜਦੋਂ ਸਾਡੇ ਇਸ ਇਲਾਕੇ ਵਿੱਚ ਕਾਲ ਪੈਂਦੇ ਹੁੰਦੇ ਗੁਰਮੁਖ, ਦੂਰ ਦੂਰ ਤੱਕ ਪਾਣੀ ਨਹੀਂ ਸੀ ਹੁੰਦਾ। ਆ ਬਜ਼ੁਰਗ ਬੈਠੇ ਐ, ਕਈਆਂ ਨੇ ਤਾਂ ਦੇਖਿਆ ਹੀ ਹੋਣਾ, ਮੀਂਹਾਂ ਦਾ ਪਾਣੀ ਸਾਂਭ ਰੱਖਦੇ, ਛੱਪੜਾਂ ਵਿੱਚ ਹੀ ਨਹਾ ਲੈਂਦੇ, ਚੁੱਭਾ ਲਾ ਲੈਂਦੇ ਗੁਰਮੁਖ।
ਤੇ ਹੁਣ घर घर टूटियां ने, ਹੁਣ ਆਪਾਂ ਊਂ ਬੇਕਦਰੀ ਕਰਤੀ ਗੁਰਮੁਖ। ਇਹ ਵੀ ਬੇਨਤੀ ਮੈਂ ਨਾਲ ਹੀ ਕਰਦਿਆਂ, ਪਾਣੀ ਦੀ ਸੰਭਾਲ ਕਰਿਆ ਕਰੋ, ਧੀਆਂ ਦੀ ਸੰਭਾਲ ਕਰਿਆ ਕਰੋ, ਪੜ੍ਹਾਓ ਲਿਖਾਓ, ਮਾੜਾ ਨਾ ਸਮਝੋ, ਕਿਉਂਕਿ ਇਹਨਾਂ ਨਾਲ ਹੀ ਸੰਸਾਰ ਚੱਲਦਾ ਹੈ। ਆਖੋ ਸਤਨਾਮ। ਪਰ ਗੁਰੂ का ਇਤਿਹਾਸ ਮੈਂ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਾ। ਜਿਸ ਜਗ੍ਹਾ ਤੇ ਅੱਜ ਆਪਾਂ ਬੈਠੇ ਆ ਨਾ, ਇੱਥੇ ਪਾਣੀ ਦੀ ਢਾਬ ਹੁੰਦੀ ਗੁਰਮੁਖੋ। ਉਦੋਂ ਢਾਬਾਂ 'ਚ ਪਾਣੀ ਹੁੰਦਾ, ਆਲੇ ਦੁਆਲੇ ਦੂਰ ਦੂਰ ਤੱਕ ਹੁੰਦੀਆਂ ਢਾਬਾਂ। ਮੀਂਹਾਂ ਦਾ ਪਾਣੀ ਸਾਂਭ ਰੱਖਦੇ, ਉਹੀ ਵਰਤਦੇ, ਪੁਣ ਕੇ ਪੀਂਦੇ ਗੁਰਮੁਖੋ ਪਾਣੀ। ਤੇ ਢਾਬ ਦੇ ਵਿੱਚ ਇੱਥੇ ਮਾਰ ਖੰਡਾਇਆ ਇੱਕ ਝੋਟਾ ਰਹਿੰਦਾ ਹੁੰਦਾ ਸੀ, ਜਿਹਦੇ ਨਾਂ ਤੇ ਇਹ ਜਗ੍ਹਾ ਦਾ ਨਾਮ ਪਿਆ ਗੁਰਦੁਆਰਾ ਝੋਟਾ ਸਰ ਸਾਹਿਬ ਪਾਤਸ਼ਾਹੀ 10ਵੀਂ। ਜਦੋਂ ਦਾ ਮੈਂ ਜ਼ਿਕਰ ਕਰਨ ਲੱਗਾ 1706 ਜਾਂ 7 ਦਾ ਸਮਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਇਸ ਮਾਲਵੇ ਨੂੰ ਭਾਗ ਲਾਏ ਨੇ। ਕਿਉਂਕਿ 9 ਮਹੀਨੇ 9 ਦਿਨ 9 ਘੜੀਆਂ 9 ਪਲ ਤਾਂ ਦਮਦਮਾ ਸਾਹਿਬ ਹੀ ਰਹੇ, ਸਾਬੋ ਕੀ ਤਲਵੰਡੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਨੂੰ ਸੰਪੂਰਨ ਕੀਤਾ ਇੱਥੇ ਹੀ ਗੁਰਮੁਖੋ। ਤੇ ਇੱਥੇ ਹੀ ਵਰ ਦਿੱਤਾ ਸੀ ਮਾਲਵਾ ਮਾਲੋ ਮਾਲ, ਮਾਲੋ ਮਾਲ ਮਾਲਵਾ। ਉਸ ਸਮੇਂ ਦੇ ਵਿੱਚ ਗੁਰਮੁਖ ਪਿਆਰਿਓ, ਇੱਥੋਂ ਬਠਿੰਡੇ ਦੇ ਕਿਲੇ ਵਿੱਚ ਨਾ ਦਿਓ ਰਹਿੰਦਾ ਹੁੰਦਾ ਸੀ। ਇਹ ਜਿਹੜਾ ਦਿਓ ਸੀ, ਇਹਨੂੰ ਕਹਿੰਦੇ ਸੀ ਕਾਣਾ ਦਿਓ। ਪਹਿਲਾਂ ਗੋਇੰਦਵਾਲ ਸਾਹਿਬ ਜਿੱਥੇ ਵਸਿਆ ਨਾ, ਤੀਸਰੇ ਪਾਤਸ਼ਾਹ ਨੇ ਉੱਥੋਂ ਕੱਢੇ ਸੀ ਦਿਓ। ਇਹ ਰਕਸ਼ਣੀ ਦੇ ਪੇਟੋਂ ਬੱਚਾ ਡਿੱਗਿਆ ਸੀ, ਉਹਦੇ ਅੱਖ 'ਚ ਵੱਜਿਆ ਸੀ ਜਵਾਰ ਦਾ ਡੱਕਾ, ਜਿਹਦੇ ਕਰਕੇ ਕਾਣਾ ਹੋ ਗਿਆ ਸੀ। ਇੱਕ ਦਿਓ ਰਹਿੰਦਾ ਸੀ ਇੱਥੇ ਮੌੜ ਕਲਾਂ, ਪਹਿਲਾਂ ਗੁਰੂ ਤੇਗ ਬਹਾਦਰ ਜੀ ਨੇ ਇੱਥੋਂ ਕੱਢਿਆ ਸੀ ਮੌੜ ਕਲਾਂ ਤੋਂ ਦਿਓ। ਗੁਰਦੁਆਰਾ ਪਾਤਸ਼ਾਹੀ ਨੌਮੀ ਬਹੁਤ ਸੁੰਦਰ ਸਥਾਨ ਬਣਿਆ ਹੋਇਆ ਮੌੜ ਕਲਾਂ। ਤੇ ਇੱਕ ਦਿਓ ਰਹਿੰਦਾ ਸੀ ਬਠਿੰਡੇ ਕਿਲੇ ਦੇ ਵਿੱਚ, ਤੇ ਉਹ ਬਹੁਤਾ ਹੀ ਜ਼ਾਲਮ ਸੀ ਗੁਰਮੁਖ। ਭੂਤ ਪ੍ਰੇਤ ਹੋਰ ਬੜਾ ਇਕੱਠ ਉਹਦੇ ਨਾਲ ਹੁੰਦਾ, ਬਹੁਤ ਨੁਕਸਾਨ ਕਰਦਾ ਸੀ, ਆਲੇ ਦੁਆਲੇ ਵਸਣ ਨਹੀਂ ਸੀ ਦਿੰਦਾ ਕਿਸੇ ਨੂੰ। ਤੇ ਬਠਿੰਡੇ ਦੇ ਆਲੇ ਦੁਆਲੇ ਦੀਆਂ ਪੰਚਾਇਤਾਂ ਇਕੱਠੀਆਂ ਹੋ ਕੇ ਸਾਬੋ ਕੀ ਤਲਵੰਡੀ ਤੱਕ ਸ੍ਰੀ ਦਮਦਮਾ ਸਾਹਿਬ ਜਿੱਥੇ ਹੁਣ ਬਣਿਆ, ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਗਈਆਂ ਪੰਚਾਇਤਾਂ। ਤੇ ਜਾ ਕੇ ਸਤਿਗੁਰ ਦੇ ਚਰਨਾਂ 'ਚ ਮੱਥੇ ਟੇਕ ਕੇ ਬੇਨਤੀਆਂ ਕੀਤੀਆਂ। ਸਤਿਗੁਰ ਜੀ ਨੇ ਸੁੱਖ ਸ਼ਾਂਤ ਪੁੱਛੀ, ਕਿਹਾ ਆਓ ਭਾਈ ਕਿਵੇਂ ਆਉਣਾ ਹੋਇਆ। ਉਹਨਾਂ ਨੇ ਫਿਰ ਬੇਨਤੀ ਕੀਤੀ ਸੀ, ਮਹਾਰਾਜ ਅਸੀਂ ਤਾਂ ਬਹੁਤ ਦੁਖੀ ਹਾਂ, ਤੇ ਤੁਹਾਡੇ ਚਰਨਾਂ 'ਚ ਅਰਦਾਸਾਂ ਕਰਨ ਆਏ ਆ ਵੀ ਸਾਡਾ ਵੀ ਭਲਾ ਕਰ ਦਿਓ। ਮਹਾਰਾਜ ਕਹਿੰਦੇ ਤੁਹਾਨੂੰ ਕੀ ਦੁੱਖ ਹੈ। ਤਾਂ ਫਿਰ ਉਹ ਪਿੰਡਾਂ ਦੇ ਪਤਵੰਤੇ ਇਕੱਠੇ ਹੋ ਕੇ ਕਹਿਣ ਲੱਗੇ, ਪਾਤਸ਼ਾਹ ਬਠਿੰਡੇ ਕਿਲੇ 'ਚ ਦਿਓ ਰਹਿੰਦਾ ਬਹੁਤ ਵੱਡਾ ਕਾਣਾ, ਤੇ ਉਹ ਸਾਨੂੰ ਵਸਣ ਨਹੀਂ ਦਿੰਦਾ। ਉਹਨਾਂ ਨੇ ਫਿਰ ਬੇਨਤੀ ਕੀਤੀ ਸੀ ਰੋ ਰੋ ਕੇ, ਸੱਚੇ ਪਾਤਸ਼ਾਹ ਕਾਣਾ ਦਿਓ ਬਠਿੰਡੇ ਵਾਲਾ ਦੇਵੇ ਦੁੱਖ ਜੀ, ਕਾਣਾ ਦਿਓ ਬਠਿੰਡੇ ਵਾਲਾ ਦੇਵੇ ਦੁੱਖ ਜੀ, ਕਾਣਾ ਦਿਓ ਬਠਿੰਡੇ ਵਾਲਾ ਦੇਵੇ ਦੁੱਖ। ਇੱਕ ਦਿਨ ਆ ਕੇ ਕਹਿੰਦੇ ਜ਼ਿਮੀਂਦਾਰ ਜੀ, ਸੁਣੋ ਫਰਿਆਦ ਦਸਵੇਂ ਅਵਤਾਰ ਜੀ, ਅਸੀਂ ਸਾਰੇ ਤੁਹਾਡੇ ਬਣ ਜਾਂਗੇ ਸਿੱਖ ਜੀ, ਕਾਣਾ ਦਿਓ ਬਠਿੰਡੇ ਵਾਲਾ ਦੇਵੇ ਦੁੱਖ ਜੀ। ਬੀਜੀਏ ਜਵਾਰਾਂ ਅਸੀਂ ਕੁੱਲ ਫਿੱਕੀਆਂ, ਸਭ ਚੂਪ ਜਾਵੇ ਮੋਢਿਆਂ ਤੋਂ ਨਿੱਕੀਆਂ, ਕਿਤੇ ਬੇਈਮਾਨ ਦੀ ਭਰੇ ਨਾ ਕੁੱਖ ਜੀ, ਕਿਤੇ ਬੇਈਮਾਨ ਦੀ ਭਰੇ ਨਾ ਕੁੱਖ ਜੀ, ਕਾਣਾ ਦਿਓ ਬਠਿੰਡੇ ਵਾਲਾ ਦੇਵੇ ਦੁੱਖ ਜੀ। ਸੱਚੇ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਨਾ ਤਾਂ ਫਸਲ ਹੋਣ ਦਿੰਦਾ, ਅਸੀਂ ਜਵਾਰ ਬੀਜਦੇ ਹਾਂ, ਛੋਲੇ ਬੀਜਦੇ ਹਾਂ,
जदों फुलाके ते आउंदे आ पहले ही हमला कर दिंदा। आखो सतनाम। बीजीए जवारां असी कुल फिक्कियां, सब चूप जावे मोढियां तो निक्कियां। किते बेईमान दी परे ना कुख जी, काना दिओ बठिंडे वाला। ओदे नाल कठ है अनेक भूतां दा, दिसदा आकार खड़े काल भूतां दा। दातना दे मूहे पट लै जे रुख जी, दातना दे मूहे पट लै जे रुख जी। काना दिओ बठिंडे वाला, काना दिओ बठिंडे वाला। कहंदे महाराज असी सारे थोड़े सिख बन जांगे, इस बला तो साडा खैड़ा छुड़ा दो। आखो सतनाम। सतगुर कहंदे ऐ करदे आ, आपां उहनूं एक बन्ना दे दिंदे आ फिर भी इत्थे इत्थे एरीए च रहना, बाकियां नूं तंग नहीं करना। ये जिमींदार हत्थ बन के कहंदे नहीं महाराज ओहदी कादी तवारी है, वो तो बहुत जालम है, साडा खैड़ा छड़ाओ, इहनूं इत्थों कड्ढो। सतगुर कहंदे फिर ऐ करदे आ, ओहदी दूजी अख भी भन्न के आपां अन्ना कर दिंदे आ। ते विच कई मजाकी असीं कहंदे गुरु साहब नूं पता नहीं की हो गया। अन्निਆਂ ਦੀ ਝੁੱਟੀ ਤਾਂ ਉਦੋਂ भी ਭੈੜੀ ਹੁੰਦੀ ਆ। आखो सतनाम। महाराज मजाक ना करो, सानू इत्थों बचाओ, कड्ढो इहनूं जिवें भी हो सकदा। सतगुर कहंदे चलो ठीक है भाई आवांगे। फिर सतगुरु गुरु गोबिंद सिंह पातशाह इधर ਚੱਕ फतेह सिंह वाला हुंदे होए, भागू हुंदे होए बठिंडे गए सी गुरमुख। जदों बठिंडे गए, जिथे गुरुद्वारा किला मुबारक साहिब बनिया होया ना, उस जगह जाके धन गुरु गोबिंद सिंह महाराज ने आसन लाता, नाल गुरसिख ते सच्चे पातशाह दे पहुंचण नाल नाम बाणी दा चल पिया प्रवाह। ਜਿਹੜਾ ਉਹ ਦਿਓ ਸੀ ਹੱਥ ਬੰਨ ਕੇ ਗੁਰੂ ਜੀ ਦੇ ਕੋਲ ਆ ਗਿਆ ਗੁਰਮੁਖ। ਸਤਿਗੁਰ ਜੀ ਨੂੰ ਕਹਿੰਦਾ ਪਾਤਸ਼ਾਹ ਤੁਹਾਡਾ ਤੇ ਮੇਰਾ ਇੱਥੇ ਕੋਈ ਮੇਲ ਨਹੀਂ ਹੈਗਾ, ਇਹ ਤੁਸੀਂ ਵੀ ਹੁਣ ਯਾਦ ਰੱਖਿਓ। ਵੈਸੇ ਤਾਂ ਭੂਤ ਪ੍ਰੇਤ ਹੁੰਦੇ ਹੀ ਨਹੀਂ ਗੁਰਮੁਖੋ। ਜਿਹਦੇ ਵਿਆਹ ਮੌਕੇ ਸ਼ਰਧਾ ਨਾਲ 4 ਲਾਵਾਂ ਪੜੀਆਂ ਜਾਣ ਨਾ, ਉਹ ਮਰ ਕੇ ਹੋਰ ਕਿਸੇ ਮਰਜ਼ੀ ਜੂਨੀ 'ਚ ਪੈ ਜੇ ਕਦੇ ਭੂਤ ਨਹੀਂ ਬਣਦਾ। ਇਹ ਲਾਵਾਂ ਦਾ ਮਹੱਤਵ ਹੈ। पर दुख इस गल का लावां पढ़न सुन वेले आपां मसां जाने, वो भी मजबूरी, बस उत्थे वध तो वध संगत जाया करो। ते बाकी जदों महाराज की बाणी नाल जुड़े हो, आपां नूं तां इन्हां वਹਿਮਾਂ 'ਚ पैना ही नहीं चाहिए। जिहड़े नाम नहीं जपदे, नशे पत्तियां 'च गलतान माड़ी संगत करके बुरे कर्मां 'च मरदे है ना, वो इहो जिहियां जूनां 'च पैंदे ने गुरमुख, फिर भटकदे ही रहिंदे आ। ते जे किते इहो जी गल होवे फिर डरन की लोड़ नहीं। आ सुन लो इतिहास, गुरबाणी नाल जुड़ जो, भूत प्रेत बुरियां आत्मावां तां डरदियां ही भज जांदियां, डरदियां ही। वो निसाचर सी जिहड़ा राक्ष कह लो काना दिओ, गुरु साहब मूहरे हत्थ बन के खड़ गया। कहंदा जी जे तुसीं इत्थे रहोगे मैनूं तां दुख हुंदा, मैं नहीं टिक सकदा। सतगुर कहंदे असीं तां आए इस करके आ भी तू इत्थों जावें, चला जा। कहंदा महाराज सानू दसो करिए की। तीजे गुरु कद्दिया गोबिंद वालों जी, हुण तुसीं सानू इत्थों भी निकालो जी। पहला तीसरे पातशाह गुरु अमरदास जी ने सानू गोबिंदवाल साहिब तो कढ़िया, ते हुण तुसीं सानू इत्थों भी कढ़ण लगे हो। सानू दसो असीं जाइए तां जाइए कित्थे। पातशाह गुरु गोबिंद सिंह साहब कहंदे तेरी इत्थों बदली होगी सरहंद दी, इट इट कर जाके खूनी कंध दी। उधर नूं जा कहंदे सरहंद वल, छड्ड इत्थों खैड़ा। फिर हथ बन ले, कहंदा जी चलिया तां मैं जाऊं, पर मैं तां भुखा, मैनूं तां इदां करो हाथी दी बली दिओ। कहंदा महाराज पिंडां दीआं पंचायतां कोल ही सी सारी सिख संगत, कहंदे भाई लियाओ फिर इहनूं हाथी दी बली दे दईए, आपां इहदी भी तां निवृत्ति करांगे भुख दी। कहंदे जी साडे इलाके 'च हाथी तां है नहीं,
पातशाह कहते फिर हुण इहने अपनी मन ली, आपां नूं भी इहदा कुछ करना पैना, भुखे नूं थोड़ी कड्ढना। फिर विचों किसी ने दस्सिया महाराज बंगेहर नगर ढाब है पानी वाली, तो उत्थे एक झोटा रहिंदा बहुत तकड़ा, देखण नूं हाथीओ ही लगदा। आखो सतनाम। पातशाह कहंदे जाओ भाई लियाओ। फिर उत्थों 5 सिंह तोरे सी, उन्हां दे मुखी सन भाई मलागर सिंह। ये बहुत शरधा वाले सिख होए ने भाई मलागर सिंह गुरमुखो, बड़ी निमरता वाले, एक दूजियां दा पड़दा कज्जण वाले गुरसिख सी, बाणी दे रत्ते होए। ਉਹ ਜਦੋਂ बाकी 4 ਸਿੰਘਾਂ ਨੂੰ ਲੈ ਕੇ ਨਾਲ 5 ਪਿਆਰਿਆਂ ਦੇ रूप च आए, चोले पाए होए, ਵੱਡੇ ਵੱਡੇ कशहरे पाए, तलवारां कोले श्री साहिबां गुरमुखो, ते इत्थे पिंड च आ गए। ते बजुर्गां नूं पुछिया, बजुर्ग तुहानूं पता खेतां वाले सीधे साधे बोलदे हुंदे, कहंदे सुणिया भी इस पिंड विच झोटा रहिंदा, ढाब ते कित्थे जे सानूं दस्सो। ते ਉਹ बजुर्ग हस के कहते मुड़ जो तुसीं काहतों झोटे तो कशहरे पड़वाने आ। आखो सतनाम। सिंह मार मार थानू चला चला के मारना, वो तो कई पिंडां दे पिंड असीं इकट्ठे होके फड़न की कोशिश की, काबू ही नहीं आया, मार दूँ थानू, मुड़ जाओ पिछे। वो सिंह कहते गुरु साहब का हुक्म असीं मोड़ नहीं सकते, हुक्म नहीं मोड़दा सिख, देखी जाऊ जो होऊ जावांगे जरूर। वो कहते चंगा इत्थे ढाब च बैठा, जाओ लै लो पंगा। मगरी देखण आ गए भी देखते हैं बनदा की है, पिछे पिछे डरदे ना पिछे तुरे आउण। ते जदों सिंह आए झोटा देख के केरा तां भज्जिया गुरमुख, गरजिया भी हुणे ही मारूं। भज के जदों ढाब तो बाहर आया, गुरु साहब दा हुक्मनामा सी ਸਿੰਘਾਂ कोले, ऐन जदों कीता सामने, नाले कहता तैनू गुरु गोबिंद सिंह महाराज बुला रहे है, बस आए सिर नीवा करके खड़ गया। आखो सतनाम। भाई मलागर सिंह तां छाल मार के उत्ते बह गया गुरमुखो। बाकी भी 1-2 सिंह बारी बारी ना बैठी जान झोटे दे उत्ते, ते कन्न फड़ के ऐ धोर लिया जिवें इजड़ वालियां दे जवाक बकरी ते झूट लैंदे हुंदे आ। गुरु मूहरे मूहरे तोर के जदों तुर पे ना बठिंडे वाल लैके, फिर पिंडां दे बजुर्ग सोचते आ भी ये तां कोई जादूगर आ गए। आखो सतनाम। पिंडां दे पिंड इकट्ठे होके साधना दे नाल इहनूं फड़न दी कोशिश कीती, तां काबू ही नहीं सी आउंदा, ये किवें काबू कर लिया। फिर कई तमाशगिरी वेखण भी गए। फिर इत्थों झोटा लैके गुरमुख प्यारिओ बठिंडे किले विच जा पहुंचे। उत्थे धन गुरु गोबिंद सिंह महाराज की आग्या पा के भाई मलागर सिंह ने तलवार का फिर इको वार किया, धौण लाती गुरमुख, झोटे की बली दिती। फिर वो जिहड़ा दिओ सी महाराज कहंदे छक लै हुण। फिर उथों गुरमुख प्यारिओ फिर झोटे की बली दे के बठिंडे किले दे विचों गुरु गोबिंद सिंह ने काना दिओ कढ़िया सी, ਤੋਰਿਆ ਸਰਹੰਦ ਵੱਲ ਗੁਰमुख। आ ਜਿਹੜੀ ਆਉਂਦੀ ਹੈ ਨਾ साल 1.5 साल बाद काली बोली, ये ऐं दसदे आ बजुर्ग सीने बसीने। मैं सुनिया भी कदे कदाई वो फिर भी गेड़ा मारी जाता। आखो सतनाम। ते तुहानूं पता ही आ किन्ना नुकसान हुंदा, वड्डे वड्डे दरख्तां पट पट सिट दिंदा गुरमुख प्यारे, बहुत वड्डा नुकसान करदा। वो फिर सतगुरु जी ने इत्थों कढ़िया सी, सरहंद वल तोरिया सी। फिर अपना बठिंडे का इलाका सारा सुख नाल वसिया। आखो सतनाम। फिर बड़ियां संगतां ने अमृत छकिया, गुरु के सिख बने। तो इत्थों की हुण विचार जिहड़ी सी, महाराज जी ने पुछया भी गुरसिखो जदों तुसीं पिंड च गए झोटा फड़न वास्ते, ते तुहाडी किसी ने जल पानी नाल कोई सेवा कीती? किदां दे लोग ने उत्थे रहण वाले? ते सिखां ने भाई मलागर सिंह तां चुप कर गया, वो तां पड़दा कज्जण वाला सिख सी। बाकी नाल दे कहंदे महाराज साडी जल पानी नाल सेवा तां नहीं कीती किसी ने, मजाक ही कीता सगों। तां उस वेले सतगुरु महाराज सुभाविक ही मुखों वचन निकल गया, कहंदे ये लोग इत्थे ही वसणगे, ज़्यादा बदल फुल्लणगे नहीं गुरमुख।
ਆ ਹੁਣ ਬੇਨਤੀ ਨੂੰ ਧਿਆਨ ਨਾਲ ਸਮਝ ਲਿਓ। ਤੁਸੀਂ ਸਾਰੇ ਚਾਹੁੰਦੇ ਹੋ ਨਾ ਸਾਡੇ ਕਾਰੋਬਾਰ ਵਧਣ, ਸਾਡਾ ਪਰਿਵਾਰ ਵਧੇ, ਅਸੀਂ ਤਰੱਕੀਆਂ ਕਰੀਏ, ਹੋ ਜੂ ਸਭ ਕੁਛ, ਪਰ ਆ ਬਚਨ ਪੱਲੇ ਬੰਨ੍ਹ ਕੇ ਜਾਇਓ। ਮਹਾਰਾਜ ਕਹਿੰਦੇ ਜਿੱਥੇ ਜਿੱਥੇ ਹੈਗੇ ਇੱਥੇ ਹੀ ਰਹਿਣਗੇ। ਹੈਰਾਨ ਹੋ ਗਏ ਸਾਰੇ ਜਦੋਂ ਇਸ ਗੱਲ ਦਾ ਫਿਰ ਇੱਥੇ ਪਤਾ ਲੱਗਿਆ ਨਾ ਪਿੰਡ 'ਚ ਬਜ਼ੁਰਗਾਂ ਨੂੰ ਵੀ ਗੁਰੂ ਸਾਹਿਬ ਜਿਨ੍ਹਾਂ ਦੇ ਦਰਸ਼ਨ ਕਰਕੇ ਦੁੱਖ ਭੁੱਖ ਦੂਰ ਹੁੰਦਾ ਹੈ। ਆਪਣੀ ਗਲਤੀ ਆਪਾਂ ਤਾਂ ਉਹਨਾਂ ਦੇ ਸਿੱਖਾਂ ਨੂੰ ਮਜ਼ਾਕ ਕਰਕੇ ਵਾਰੀ ਹੋਰ ਉਲਟਾ ਜਿਹਾ ਲੈ ਲਿਆ। ਫਿਰ ਉਦੋਂ ਸਤਿਗੁਰੂ ਆ ਗਏ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ। ਫਿਰ ਇੱਥੋਂ ਨਗਰ ਦੀ ਸੰਗਤ ਇਕੱਠੀ ਹੋ ਕੇ ਗਈ ਗੁਰਮੁਖ ਕੋਲ। ਲੰਗਰਾਂ ਵਾਸਤੇ ਰਸਤਾਂ ਬਸਤਾਂ ਬਸਤਰ ਮਾਇਆ ਜਿਹੇ ਜੀ ਸ਼ਰਧਾ ਸੀ ਤਿਲ ਫੁੱਲ ਲੈ ਕੇ ਗਏ ਤੇ ਜਾ ਕੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ, ਨਾਲੇ ਬੇਨਤੀ ਕੀਤੀ, ਸੱਚੇ ਸਤਿਗੁਰ ਅਸੀਂ ਤੁਹਾਨੂੰ ਪਛਾਣ ਨਹੀਂ ਸਕੇ, ਆਖੋ ਸਤਨਾਮ। ਹੁਣ ਸਾਡੇ ਤੇ ਕਿਰਪਾ ਕਰ ਦਿਓ ਪਾਤਸ਼ਾਹ, ਸਾਨੂੰ ਬਖਸ਼ ਗੁਨਾਹੀਆਂ ਨੂੰ, ਤੈਨੂੰ ਬਖਸ਼ਨਹਾਰਾ ਕਹਿੰਦੇ। ਸਾਨੂੰ ਬਖਸ਼ ਗੁਨਾਹੀਆਂ ਨੂੰ, ਤੈਨੂੰ ਬਖਸ਼ਨਹਾਰਾ ਕਹਿੰਦੇ। ਬਖਸ਼ ਗੁਨਾਹੀਆਂ ਉਹਨੂੰ ਬਖਸ਼ਨਹਾਰਾ, ਤੈਨੂੰ ਬਖਸ਼ਨਹਾਰਾ ਕਹਿੰਦੇ। ਸਾਨੂੰ ਬਖਸ਼ ਗੁਨਾਹੀਆਂ ਨੂੰ, ਸਾਨੂੰ ਬਖਸ਼ ਗੁਨਾਹੀਆਂ ਨੂੰ। ਸਾਨੂੰ ਬਖਸ਼ ਗੁਨਾਹੀਆਂ ਨੂੰ, ਤੈਨੂੰ ਬਖਸ਼ਨਹਾਰਾ ਕਹਿੰਦੇ। ਸਾਨੂੰ ਬਖਸ਼ ਗੁਨਾਹੀਆਂ ਨੂੰ, ਤੈਨੂੰ ਬਖਸ਼ਨਹਾਰਾ ਕਹਿੰਦੇ। ਤੈਨੂੰ ਬਖਸ਼ਨਹਾਰਾ ਕਹਿੰਦੇ। ਬਖਸ਼ ਗੁਨਾਹੀਆਂ ਨੂੰ, ਬੇਨਤੀ ਕੀਤੀ, ਸਤਿਗੁਰ ਅਸੀਂ ਪਛਾਣ ਨਾ ਸਕੇ, ਭੁੱਲ ਹੋ ਗਈ। ਫਿਰ ਮਹਾਰਾਜ ਜੀ ਨੇ 2-3 ਬਚਨ ਕਹੇ ਸੀ। ਕਹਿੰਦੇ ਭਾਈ ਇੱਕ ਤਾਂ ਆਉਂਦਾ ਜਾਂਦਾ ਰਾਹੀ, ਕਿਸੇ ਨੂੰ ਵੀ ਅਣਜਾਣ ਸਮਝ ਕੇ ਮਜ਼ਾਕ ਨਹੀਂ ਕਰਨਾ ਚਾਹੀਦਾ। ਕੀ ਪਤਾ ਅਗਲਾ ਕਿੱਡੀ ਕੁ ਕਲਾ ਦਾ ਮਾਲਕ ਹੈ। ਸਗੋਂ ਕੋਸ਼ਿਸ਼ ਕਰਿਆ ਕਰੋ, ਘਰਾਂ 'ਚ ਰਹਿੰਦੇ ਹੋ, ਗ੍ਰਸਤੀ ਸਿੱਖੋ, ਜੇ ਰਾਹੀ ਕੋਈ ਪਾਣੀ ਦਾ ਸਵਾਲ ਪਾਵੇ ਤਾਂ ਵੀ ਕੋਸ਼ਿਸ਼ ਕਰੋ ਉਹਨੂੰ ਪ੍ਰਸ਼ਾਦਾ ਛਕਾ ਕੇ ਤੋਰੋ, ਆਖੋ ਸਤਨਾਮ। ਅਸੀਸ ਮਿਲੇ, ਮਦਦ ਕਰਨੀ ਚਾਹੀਦੀ ਹੈ। ਤੇ ਰਹੀ ਗੱਲ ਜਿਹੜਾ ਬਚਨ ਹੋਣਾ ਸੀ ਉਹ ਤਾਂ ਹੁਣ ਹੋ ਗਿਆ, ਪਾਤਸ਼ਾਹ ਕਹਿੰਦੇ। ਪਰ ਐਂ ਕਰੋ, ਆਹ ਕੁਝ ਸ਼ਸਤਰ ਲੈ ਜਾਓ, ਅਸੀਂ ਹੁਣ ਜੰਗਾਂ ਯੁੱਧਾਂ ਦਾ ਕਮਰ ਕੱਸਾ ਤਾਂ ਖੋਲ੍ਹ ਹੀ ਦਿੱਤਾ ਹੈ। ਆਹ ਲੰਗਰ ਜਾ ਕੇ ਸੰਗਤ ਵਿੱਚ ਵਰਤਾਓ, ਲੰਗਰ ਵਿੱਚ ਪਾ ਦਿਓ। ਨਗਰ ਵਿੱਚ ਜਾਓ, ਜਿੱਥੋਂ ਸਾਡੇ ਸਿੱਖ ਝੋਟਾ ਫੜ ਕੇ ਲਿਆਏ ਸੀ ਉੱਥੇ ਇੱਕ ਧਰਮਸ਼ਾਲ ਬਣਵਾਓ, ਕਿਉਂਕਿ ਉਦੋਂ ਗੁਰੂ ਘਰ ਨਹੀਂ ਸੀ ਹੁੰਦੇ ਜ਼ਿਆਦਾਤਰ ਗੁਰੂ। ਉੱਥੇ ਨਾਮ ਬਾਣੀ ਦਾ ਚਲਾਓ ਪ੍ਰਵਾਹ। ਸਾਧੂ ਸਿੱਖ ਸੰਤ ਮਹਾਤਮਾ ਦੀ ਜਿੰਨੀ ਸੇਵਾ ਹੋਊਗੀ ਓਨੇ ਹੀ ਨਗਰ ਨੂੰ ਭਾਗ ਲੱਗਣਗੇ, ਆਖੋ ਸਤਨਾਮ। ਜਿਹੜਾ ਵਰਦਾਨ ਹੈ ਵੀ ਜਿੱਥੇ ਹੈਗੇ ਉੱਥੇ ਹੀ ਰਹਿਣਗੇ। ਇਹ ਜਿਹੜੇ ਤਾਂ ਕਹਿੰਦੇ ਗੁਰੂ ਘਰ ਤੋਂ ਰਹਿਣਗੇ ਬੇਮੁਖ, ਉਹਨਾਂ ਨੂੰ ਕੰਮ ਕਰੂਗਾ। ਜਿਹੜੇ ਗੁਰੂ ਘਰ ਦੇ ਪੱਲੇ ਲੱਗ ਜਾਣਗੇ, ਅੰਮ੍ਰਿਤ ਛਕ ਕੇ ਸਿੰਘ ਸੱਜ ਜਾਣਗੇ ਜਾਂ ਬਾਣੀ ਪੜ੍ਹਨਗੇ, ਉਹ ਬਦਨ ਫੁੱਲਣਗੇ, ਤਰੱਕੀਆਂ ਜ਼ਰੂਰ ਕਰਨਗੇ, ਆਖੋ ਸਤਨਾਮ। ਫਿਰ ਇਹ ਸਤਿਗੁਰ ਜੀ ਨੇ ਵਰ ਦਿੱਤਾ ਸੀ ਤੇ ਨਾਲੇ ਇਹ ਵੀ ਕਿਹਾ ਸੀ ਵੀ ਇਹ ਸਥਾਨ ਤਾਂ ਪੂਰੀ ਦੁਨੀਆ ਦੇ ਵਿੱਚ ਪੂਜਣਯੋਗ ਹੋ ਜੂ। ਜਿਹੜਾ ਇੱਥੇ ਆ ਕੇ ਸ਼ਰਧਾ ਨਾਲ ਇਸ਼ਨਾਨ ਕਰੂ, ਮਹਾਰਾਜ ਦੇ ਚਰਨੀ ਲੱਗੂਗਾ, ਉਹਦੀ ਹਰ ਮਨੋਕਾਮਨਾ ਵੀ ਪੂਰੀ ਹੋਊਗੀ। ਗੁਰੂ ਨਾਨਕ ਸਾਹਿਬ ਉਹਨੂੰ ਮੁਕਤੀ ਵੀ ਦੇਣਗੇ, ਆਖੋ ਸਤਨਾਮ। ਇੱਦਾਂ ਦੇ ਵਰ ਫਿਰ ਸੱਚੇ ਪਾਤਸ਼ਾਹ ਨੇ ਦਿੱਤੇ ਨੇ। ਦੇਖੋ ਪਿਆਰਿਓ, ਬੇਨਤੀ ਹੈ ਤੁਹਾਨੂੰ, ਕਲਗੀਧਰ ਦੇ ਪੁੱਤਰ ਧੀਓ, ਅੰਮ੍ਰਿਤ ਧਾਰੀ
हो के जियो। अज हर बच्चा चाहुंदा ना मैं पढ़ां, दिहाड़ीदार बंदा भी होवे तां भी चाहुंदा भी कपड़े भावें सस्ते पा लां, बच्चिआं नूं जरूर पढ़ावां। स्कूल कालज बड़े ने, ये भी गुरु गोबिंद सिंह महाराज की वड्डी किरपा हुई है अपने ते। तुहानूं पता है जदों सतगुरु पौंटा साहब सीगे, महाराज कहंदे भाई सिखो विद्या पढ़ो। विद्या पढ़ाउण वास्ते एक ब्राह्मण नूं बुला लिया गुरमुखो, ते वो पढ़ाउण तो जवाब दे गया। अगे जिहने विद्या पढ़नी हुंदी वो काशी जांदा सी, बनारस विच कांशी। इत्थे कोई विद्या नहीं सी पढ़ाउंदे गुरमुखो। ते महाराज जी ने 5 सिख कांशी भेजे, उथों भी गुरमुखो उन्हां नूं जवाब देता सी भी थोनू नहीं विद्या पढ़ाउणी। आखो सतनाम। तुसीं सोचो भी जे गुरु गोबिंद सिंह दे वेले उन्हां दे सिखां नूं जवाब दिता जा सकदा, आपां किसे दे की लगदे सी, साडी किहने बांह फड़नी सी। फिर सच्चे पातशाह ने उन्हां नूं दुबारा भेजिया सी, भेष बटा के गए, उथों विद्या पढ़ के आए। ਇੱਥੇ फिर साबो की तलवंडी दमदमा साहब जदों पातशाह ठहरे सी, उदों फिर बचन कीता सी, बाबा दीप सिंह वर्गियां ਦੀਆਂ ਡਿਊਟੀਆਂ ਲਾਈਆਂ, भाई तुसीं विद्या पढ़ाओ ਇੱਥੇ होर। उदों कहा सी, कहंदे मालो माल हो जाएगा मालवा, ਇੱਥੇ स्कूल कालज बन गए, ये गुरु की काशी मशहूर होना है। आखो सतनाम। तां इहनूं गुरु की कांशी कहा जाता है। कहंदे हुण विद्या पढ़न वास्ते कांशी जाण की लोड़ नहीं है, ਇੱਥੇ ही विद्या ਵਧੂ फुलूगी। आ तां अज बच्चे पढ़ लिख के उच्चे उच्चे अहुदिਆਂ ते पहुंचे ने। आपां नूं तां गुरु जी का सत्कार भुलना ही नहीं चाहिए गुरमुखों। ਇੱਥੇ तां बच्चा बच्चा गुरसिख होना चाहिए सी। ते नाले जदों महाराज ने श्री गुरु ग्रंथ साहिब की बीड़ संपूर्ण की, तुसीं नेड़े दे बैठे हो, मेरा ख्याल है 3-4 किलोमीटर होना इत्थों साबो की तलवंडी दमदमा साहब। बीड़ लिख रहे सी ना जदों, ਜਿਹੜੀ शाही ते कलमां बचियां वो गुरु जी ने एक थां जिथे हुण लिखणसर साहिब गुरुद्वारा साहिब है, नाल सरोवर बनिया, उत्थे दब्बीआं सी शाही ते कलमां। ते उत्थे बचन भी कीता सी भी चाहे कोई मंदबुद्धि होवे, बिल्कुल ही यादस्त ना होवे, दिमाग काम ना करदा होवे, आ लिखणसर साहिब दे पावन स्थान ते आके नमस्कार करे। इत्थे गुरमुखी दे अखर लिख दे, मंदबुद्धि भी तकड़ा विद्वान बन जू। आखो सतनाम। सो हुण भी भाई जिन्होंने गुरु के बचन ते भरोसा है वो जाते ने, उत्थे फट्टियां सलेटां पईयां है, ऊड़ा एड़ा लिखते है 35 अखर गुरमुखी दे गुरमुखो। असी तां परत्या के वेखिया है, कई भेजे गुरमुखो दस पाई, क्योंकि दसना जिहड़ी चीज़ चंगी गल दा आपां नूं पता होवे वो जरूर दसनी चाहिदी है। इत्थे बड़े गए ਜਿਹੜੇ ਕਹਿੰਦੇ ਸੀ ਸਾਡੇ ਬੱਚੇ ਪੜ੍ਹਦੇ ਨਹੀਂ, ਇਹਨਾਂ ਦੀ ਯਾਦਾਸ਼ਤ ਨਹੀਂ ਰਹਿੰਦੀ, ਦਿਮਾਗ ਕੰਮ ਨਹੀਂ ਕਰਦਾ, ਜਦੋਂ ਜਾ ਕੇ ਅਰਦਾਸ ਕਰਾ ਕੇ 35 ਲਿਖਿਆ ਏ, ਉਹ ਤਾਂ ਕਹਿੰਦੇ ਜੀ ਇਹਨਾਂ ਦਾ ਤਾਂ ਲੱਗਦਾ ਹੀ ਨਹੀਂ ਵੀ ਇਹ ਪਹਿਲਾਂ ਵਾਲੇ ਆਏ, ਹੋਰ ਹੀ ਹੋ ਗਏ, ਦਿਮਾਗ ਖੁੱਲ੍ਹ ਗਏ ਦਿਮਾਗ। ਇਹ ਬਹੁਤ ਵੱਡੀ ਕਿਰਪਾ ਹੈ। ਇੱਕ ਤੁਹਾਨੂੰ ਹੋਰ ਦੱਸ ਦਿਆਂ, ਮਾਨਸਾ ਜ਼ਿਲ੍ਹੇ ਦੇ ਵਿੱਚ ਬੁਢਲਾਡਾ ਪੈਂਦਾ ਨਾ, ਬੁਢਲਾਗੇ ਤੋਂ ਅੱਗੇ ਪਿੰਡ ਹੈ ਸੈਦੇ ਵਾਲਾ ਗੁਰਮੁਖ, ਉੱਥੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੁੱਤਾ ਪਿਆ ਹੈ। भाई सच्चन सच गुरु दे सिख होए। हरीपुर वाले राजे दी राणी कमली हो गई सी, गुरु अमरदास जी दे बचनां नाल वो जुत्ता मत्थे नूं लाउण नाल वो ठीक हो गई सी। ते वो भी गुरु साहब दा बचन है, किसी नूं दिमागी टेंशन रहिंदी होवे, दौरे पैंदे होण, हलकिया कुत्ता कट जे जां जखीरां दा रोग होवे, कोई दवाई लैण दी लोड़ नहीं, उत्थे जाया करो। वैसे तां मस्सिया नूं जोड़ मेला भरदा है, पर जे नहीं भी उदे टाइम मगर मूहरे भी तुसी जा सकते हो। गुरु अमरदास जी का चरनां दा जुत्ता सिर नूं 7 वारी लाउंदे ने। महाराज दे बचनां नाल असी तां परत्या के वेख्या, कई ठीक हो गए। आखो सतनाम। गुर का बचन वसै जी नाले। गुरु जी तां बचनां दी ताकत है गुरमुख प्यारिओ। सो जिन्हां ने सुनिया मन्निया उन्हां दा जरूर भला होया है। ये है मेरे सतगुर दी वडियाई। की सिफतां करिए अपने साहिब दियां, की सिफतां करिए अपने साहिब दियां, की सिफतां साहिब दियां, की सिफतां साहिब दियां, की सिफतां करिए अपने
सिफतां करिए, की सिफतां करिए, की सिफतां करिए, की सिफतां करिए, करिए की सिफतां भाई, की सिफतां करिए गुरमुखो, की सिफतां करिए, की सिफतां, की सिफतां, की सिफतां, की सिफतां करिए अपने साहिब दियां, की सिफतां करिए अपने साहिब दियां, साहिब दियां, की सिफतां साहिब दियां। तेरे कवन कवन गुण कह कह गावां, तू साहिब गुणी निधाना, तुमरी महिमा वरन न साको, तू ठाकुर ऊच भगवाना। सारियां उमरां लगे रहीए, कई जिंदगियां लंघ जाणगियां, पर सतगुर दे गुण नहीं मुकदे, आखो सतनाम। सो आओ ਇੰਨੀ ਕੀ ਬੇਨਤੀ ਪ੍ਰਵਾਨ ਕਰ ਲਿਓ, ਜੋ ਸਮਾਂ ਪ੍ਰਬੰਧਕਾਂ ਵੱਲੋਂ ਮਿਲਿਆ ਸੀ ਮੈਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦੇ ਰਿਹਾ ਸਮਾਂ। ਸੋ ਸਤਿਗੁਰ ਦੀ ਕਿਰਪਾ ਹੋਈ, ਗੁਰਦੁਆਰਾ ਝੋਟਾ ਸਰ ਸਾਹਿਬ ਪਾਤਸ਼ਾਹੀ 10ਵੀਂ ਨਗਰ ਨੱਤ ਬੰਗੇਹਰ, ਇੱਥੇ ਅੱਜ ਆਪ ਜੀ ਦੇ ਦਰਸ਼ਨ ਕਰਨ ਦਾ ਸਮਾਂ ਮਿਲਿਆ। ਮਹਾਰਾਜ ਨੇ ਸੇਵਾ ਦਾ ਮੌਕਾ ਦਿੱਤਾ। ਗੁਰਦੁਆਰਾ ਸਾਹਿਬ ਦੀ ਸਾਰੀ ਹੀ ਪ੍ਰਬੰਧਕ ਕਮੇਟੀ, ਇਲਾਕੇ ਦੀ ਸੰਗਤ, ਮਾਈ ਭਾਈ ਜਿੰਨੇ ਵੀ ਆਏ ਹੋ, ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰਦੇ ਹਾਂ। ਅਤੇ ਨਾਲ ਆਪ ਜੀ ਨੂੰ ਅੱਜ ਗੁਰੂ ਨਾਨਕ ਸਾਹਿਬ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ। ਸੱਚੇ ਪਾਤਸ਼ਾਹ ਕਿਰਪਾ ਕਰਨ। ਇਹੀ ਇੱਛਾ, ਜਿਵੇਂ ਕਲਿਆਣ ਦਾਸ ਮਹਿਤਾ ਜੀ ਦੇ ਘਰ ਅੱਜ ਦੇ ਦਿਨ ਖੁਸ਼ੀ ਸੀ, ਮਹਾਰਾਜ ਸਾਰਿਆਂ ਦੀ ਝੋਲੀ ਖੁਸ਼ੀਆਂ ਨਾਲ ਭਰਨ, ਸਭ ਦੇ ਘਰਾਂ ਵਿੱਚ ਭਾਈ ਪ੍ਰਕਾਸ਼ ਹੋਵੇ। ਅਤੇ ਤੁਹਾਨੂੰ ਵੀ ਬੇਨਤੀ ਹੈ, ਬਾਣੀ ਬਾਣੇ ਦੇ ਧਾਰਨੀ ਹੋਵੋ, ਕੇਸ ਦਾੜੀਆਂ ਰੱਖੋ, ਬੱਚਿਆਂ ਨੂੰ ਸਕੂਲਾਂ ਕਾਲਜਾਂ ਦੀ ਵਿੱਦਿਆ ਵੀ ਵੱਧ ਤੋਂ ਵੱਧ ਪੜ੍ਹਾਓ, ਪਰ ਨਾਲ ਨਾਲ ਕੋਸ਼ਿਸ਼ ਕਰਿਆ ਕਰੋ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪੜ੍ਹਾਇਆ ਕਰੋ। ਭਾਈ ਜਪਜੀ ਸਾਹਿਬ ਵੀ ਪੜ੍ਹ, ਅਰਦਾਸ ਯਾਦ ਕਰ। ਜਿੰਨੇ ਸਿੱਖ ਬਾਣੀ ਨਾਲ ਜੁੜਨਗੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਦੋਸ਼ ਨਹੀਂ ਲੱਗੂਗਾ। ਗੁਰੂ ਮਹਾਰਾਜ ਰੱਖਿਆ ਕਰਦੇ ਆਪਣੇ ਪਿਆਰਿਆਂ ਦੀ। ਸੋ ਘਰਾਂ ਦੇ ਵਿੱਚ ਗੁਰਬਾਣੀ ਦਾ ਪ੍ਰਤਾਪ ਵਧਾਓ, ਭਜਨ ਪਾਠ ਵਧਾਓ, ਪੁੰਨਦਾਨ ਕਰਿਆ ਕਰੋ ਜਿੰਨਾ ਹੋ ਸਕਦਾ ਹੈ। ਇਸੇ ਵਿੱਚ ਹੀ ਖੁਸ਼ੀਆਂ ਮਿਲਦੀਆਂ ਨੇ। ਸੋ ਸਾਰੇ ਪ੍ਰਬੰਧਕ ਵੀਰਾਂ ਦਾ, ਗ੍ਰੰਥੀ ਸਿੰਘ ਸਾਹਿਬਾਨਾਂ ਦਾ, ਨੌਜਵਾਨ ਜਿਹੜੇ ਵੱਧ ਚੜ੍ਹ ਕੇ ਸੇਵਾ ਕਰਦੇ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮਾਤਾਵਾਂ ਬੀਬੀਆਂ, ਲੰਗਰ ਬਣਾਉਣ ਵਾਲੇ, ਵਰਤਾਉਣ ਵਾਲੇ, ਬੜੇ ਚਾਅ ਨਾਲ ਸ਼ਰਧਾ ਨਾਲ ਸੇਵਾ ਕਰਦੇ ਹੋ। ਮਹਾਰਾਜ ਸਭਨਾਂ ਦੀ ਕੀਤੀ ਸੇਵਾ ਲੇਖੇ ਲਾਵੇ। ਗ੍ਰੰਥੀ ਸਿੰਘ ਸਾਹਿਬਾਨ ਜਿਨ੍ਹਾਂ ਨੇ 3 ਦਿਨ ਨਾਮ ਬਾਣੀ ਦਾ ਜਾਪ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕੀਤੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਜਿਨ੍ਹਾਂ ਦੀ ਕਿਰਪਾ ਦੇ ਨਾਲ ਅੱਜ ਦਾ ਇਹ ਮਹਾਨ ਸਮਾਗਮ ਨਿਰਵਿਘਨ ਸੰਪੂਰਨ ਹੋਇਆ। ਮੌਸਮ ਵੀ ਠੀਕ ਠਾਕ ਰਿਹਾ। ਭਾਈ ਰਣਜੀਤ ਸਿੰਘ ਹੋਣੀ ਬੈਠੇ ਹੈ, ਇਹਨਾਂ ਨਾਲ ਸਾਡਾ ਪਿਆਰ ਹੈ, ਕਿਉਂਕਿ ਗੁਰਦੁਆਰਾ ਸਾਹਿਬ ਸਾਡਾ ਮੌੜ ਰਾਮਪੁਰਾ ਰੋਡ 'ਤੇ ਬਣਿਆ ਹੋਇਆ, ਜਿੱਥੇ 24 ਘੰਟੇ ਲੰਗਰ ਚੱਲਦਾ। ਗੁਰੂ ਕਦੇ ਵੀ ਆਓ ਜਾਓ ਸੇਵਾਦਾਰ ਹੁੰਦੇ ਨੇ ਉੱਥੇ। ਕੋਈ ਲੋੜ ਪੈ ਜੇ ਤਾਂ ਕਮਰੇ ਵੀ ਬਣੇ ਹੋਏ ਨੇ। ਕੋਈ ਬੇਸਹਾਰਾ ਬਜ਼ੁਰਗ ਜਾਂ ਬੱਚਾ ਹੈ, ਉਹਨਾਂ ਦੇ ਰਹਿਣ ਵਾਸਤੇ ਵੀ ਉੱਥੇ ਸਥਾਨ ਬਣਿਆ ਹੋਇਆ ਹੈ। ਸੋ ਭਾਈ ਜਿਹੇ ਜੀ ਸੇਵਾ ਮਹਾਰਾਜ ਕਰਵਾ ਰਹੇ ਨੇ, ਕਰ ਰਹੇ ਹਾਂ। ਸੋ ਸੇਵਾਵਾਂ ਦੇ ਵਿੱਚ ਆਪੋ ਆਪਣਾ ਯੋਗਦਾਨ ਵੀ ਸ਼ਰਧਾ ਅਨੁਸਾਰ ਪਾ ਸਕਦੇ ਹੋ। ਅਤੇ ਜੇ ਕੋਈ ਹੋਵੇ ਇੱਦਾਂ ਦਾ ਲੋੜਵੰਦ ਤਾਂ ਸਾਡਾ ਨੰਬਰ ਵਗੈਰਾ ਲੈ ਕੇ, ਜਾਂ ਇੱਥੇ ਭਾਈ ਰਣਜੀਤ ਸਿੰਘ ਬੈਠੇ ਆ, ਇਹਨਾਂ ਨਾਲ ਸੰਪਰਕ ਕਰ ਲਿਓ, ਆਉਂਦੇ ਜਾਂਦੇ ਹੈ। ਸੋ ਉੱਥੇ ਕਮਰੇ ਵਗੈਰਾ ਹੈਗੇ, ਕੋਈ ਹੁੰਦਾ ਲੋੜਵੰਦ ਪਰਿਵਾਰ ਤਾਂ ਰਹਿ ਵੀ ਸਕਦੇ ਹੋ। ਸੱਚੇ ਪਾਤਸ਼ਾਹ ਆਪਣੀ ਹਾਜ਼ਰੀ ਪ੍ਰਵਾਨ ਕਰਨ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਸਾਡੇ ਵੱਲੋਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ, ਕਈ ਵਾਰੀ ਇਤਿਹਾਸ ਵਿਚਾਰਦਿਆਂ ਤਾਂ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ।